Hello, dear students. I hope all of you are doing well. Children, today we will do the MCQs of the chapter Metals and Non-Metals, which is also included for the syllabus of NAS test and your September examination. NAS, as you all know, National Achievement Survey Test, that is to be conducted on 12th of November. So this is the syllabus of both the NAS and the September examinations. So let's start the chapter. As you have read in the chapter about the metals and non-metals, so now we will have a glance on the properties of metals and non-metals, and then we will start the MCQs of this chapter. So now we'll discuss the physical properties of metals and non-metals. Before that, let's consider a few examples. So few examples are of metals are iron, copper, calcium, silver, gold, platinum, chromium, sodium, potassium, cadmium, mercury, antimony, tungsten, uranium. All of these are metals, examples of metals. And non-metals are like carbon, sulfur, hydrogen, oxygen, nitrogen, chlorine, bromine, iodine, helium, krypton, xenon, neon, argon. But all of these you have read in the chapter. So the first property we will compare between the metals and non-metals is the malleability. So what is malleability? The property which allows the metals to be hammered into thin sheets. So ਬੇਟਾ metals and non-metals ਦੇ ਵਿੱਚ first property ਅਸੀਂ malleability discuss ਕਰ ਰਹੇ ਹਾਂ means ਉਹ property metals ਦਾ ਉਹ ਗੁਣ ਜਿਸ ਵਿੱਚ metals ਨੂੰ hammer ਕੀਤਾ ਜਾਂਦਾ ਹੈ ਯਾਨੀ ਕਿ ਇੱਕ ਤਰ੍ਹਾਂ ਤੋਂ ਉਹਨਾਂ ਨੂੰ ਕੁੱਟਿਆ ਜਾਂਦਾ ਹੈ into thin sheets ਪਤਲੀਆਂ sheets ਦੇ ਵਿੱਚ ਚਾਦਰਾਂ ਦੇ ਰੂਪ ਦੇ ਵਿੱਚ so the metals to be hammered into thin sheets, this property is called the malleability. Malleability is an important characteristic of metals. ਸਾਰੀਆਂ ਹੀ metals ਬੇਟਾ most of the metals they are malleable ਤੇ ਸਭ ਤੋਂ ਜ਼ਿਆਦਾ malleable metals ਜਿਨ੍ਹਾਂ ਨੂੰ ਅਸੀਂ ਖਿੱਚ ਕੇ sheets ਬਣਾ ਸਕਦੇ ਹਾਂ ਹੈਮਰ ਨਾਲ ਬੀਟ ਕਰਕੇ sheets ਬਣਾਈਆਂ ਜਾ ਸਕਦੀਆਂ ਉਹ ਹੈ gold and silver ਸੋਨਾ ਤੇ ਚਾਂਦੀ ਇਹ ਤੁਸੀਂ ਦੇਖਿਆ ਹੋਵੇਗਾ ਜਿਹੜਾ ਡੋਮਸ ਵਗੈਰਾ ਲੱਗਦੇ ਹਨ ਟੈਂਪਲਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਪਰ ਤਾਂ ਉਹ ਸਾਰੇ ਜਿਹੜੇ ਡੋਮ ਹੈ ਤੁਸੀਂ ਦੇਖਿਆ ਹੋਵੇਗਾ ਵੀ 골ਡ ਦੇ ਹੁੰਦੇ ਆ ਤੇ ਕਿਉਂਕਿ ਉਹਨਾਂ ਦਾ ਇਹੀ ਇਸੇ ਗੁਣ ਕਰਕੇ ਕਿ ਉਹਨਾਂ ਦੀਆਂ ਸ਼ੀਟਸ ਬਣਾਈਆਂ ਜਾ ਸਕਦੀਆਂ ਉਹਨਾਂ ਨੂੰ ਹੈਮਰ ਕਰਕੇ ਐਲੂਮੀਨੀਅਮ ਐਂਡ ਕਾਪਰ ਉਹ ਵੀ ਬਹੁਤ ਹਾਈਲੀ ਮੈਲੀਏਬਲ ਮੈਟਲਸ ਹੈ ਜਿਹੜੀ ਐਰੋਪਲੇਨਸ ਦੀ ਬੋਡੀ ਹੈ ਉਹ ਵੀ ਇਸੇ ਚੀਜ਼ ਦੀ ਕਿਉਂਕਿ ਐਲੂਮੀਨੀਅਮ ਦੀ ਹੈ ਉਹ ਬਣਦੀ ਹੈ ਲਾਈਟ ਹੁੰਦੀ ਹੈ ਐਲੂਮੀਨੀਅਮ ਮੈਟਲ ਨੂੰ ਐਲੂਮੀਨੀਅਮ ਫੋਇਲਸ ਦੇ ਰੂਪ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਆਪਣੀ ਕਿਚਨ ਦੇ ਵਿੱਚ ਜਿਹੜੀਆਂ ਫੋਇਲਸ ਹੁੰਦੀਆਂ ਜਿਨ੍ਹਾਂ 'ਚ ਕਿ ਖਾਣਾ ਲਪੇਟਦੇ ਆ ਹੈ ਨਾ ਤਾਂ ਇਹ ਐਲੂਮੀਨੀਅਮ ਦਾ ਇਸੇ ਗੁਣ ਕਰਕੇ ਮੈਲੀਏਬਿਲਿਟੀ ਕਰਕੇ ਹੀ ਇਸ ਦੀਆਂ ਪਤਲੀਆਂ ਫੋਇਲਸ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਹੀ ਸਿਲਵਰ ਇੱਕ ਟਾਈਮ ਪਹਿਲਾਂ ਸੀ ਸਿਲਵਰ ਜਿਹੜਾ ਚਾਂਦੀ ਦਾ ਵਰਕ ਜਿਸ ਤਰ੍ਹਾਂ ਕਿ ਸਵੀਟਸ ਤੇ ਬਰਫੀ ਤੇ ਲੱਗਿਆ ਹੋਇਆ ਹੁੰਦਾ ਸੀ ਸੋ ਉਹ ਵੀ ਇਸੇ ਦੀ ਪ੍ਰੋਪਰਟੀ ਹੈ ਮੈਲੀਏਬਿਲਿਟੀ ਕਰਕੇ ਹੀ ਇਹ ਹੈ So it is due to the property of malleability that metals can be bent to form objects of different shapes by beating with a hammer. ਤੇ ਜਿਵੇਂ ਤੁਸੀਂ ਦੇਖਿਆ ਕਿ ਆਇਰਨ ਨੂੰ ਬੀਟ ਕਰਕੇ ਐਕਸ ਵਗੈਰਾ ਬਣ ਜਾਂਦੀ ਹੈ ਸਪੇਡ ਹੈ ਸ਼ੋਵਲ ਹੈ ਗਾਰਡਨਿੰਗ ਟੂਲਸ ਕਾਫੀ ਤੁਸੀਂ ਦੇਖੇ ਹੋਣਗੇ ਉਹ ਇਸੇ ਪ੍ਰੋਪਰਟੀ ਕਰਕੇ ਹੈ ਨੈਕਸਟ ਹੁਣ ਨॉन ਮੈਟਲਸ ਹੈ ਨॉन ਮੈਟਲਸ ਆਰ ਨॉट ਨॉन ਮੈਲੀਏਬਲ ਨॉन ਮੈਟਲਸ ਜਿਹੜੀਆਂ ਹੈ ਉਹ ਨॉन ਮੈਲੀਏਬਲ ਹੈ ਬਿਲਕੁਲ ਆਪੋਜ਼ਿਟ ਪ੍ਰੋਪਰਟੀਜ਼ ਹੁੰਦੀਆਂ ਨॉन ਮੈਟਲਸ ਦੀਆਂ ਮੈਟਲਸ ਨਾਲੋਂ ਇਹਨਾਂ ਨੂੰ ਨॉन ਮੈਟਲਸ ਨੂੰ ਦੇ ਕਾਂਟ ਬੀ ਬੀਟਨ ਇਨਟੂ ਥਿਨ ਸ਼ੀਟਸ ਵਿਦ ਅ ਹੈਮਰ ਇਹਨਾਂ ਨੂੰ ਅਗਰ ਅਸੀਂ ਕੁੱਟਣ ਦੀ ਕੋਸ਼ਿਸ਼ ਕਰੀਏ ਹੈਮਰ ਦੇ ਨਾਲ ਸਟ੍ਰਾਈਕ ਕਰਾਂਗੇ ਤਾਂ ਉਹ ਟੁੱਟ ਜਾਣਗੀਆਂ ਮਤਲਬ ਨॉन ਮੈਟਲਸ ਦੇ ਬ੍ਰੇਕ ਇਨਟੂ ਪੀਸਿਸ ਵੈਨ ਹੈਮਰਡ ਦੇ ਆਰ ਸੋ ਬ੍ਰਿਟਲ ਕਾਰਬਨ ਜਿਵੇਂ ਹੈ ਕਾਰਬਨ ਇਜ਼ ਅ ਨॉन ਮੈਟਲ ਅਗਰ ਤੁਸੀਂ ਕਾਰਬਨ ਦੇਖਦੇ ਹੋ ਕਾਰਬਨ ਸਾਰੀ ਫਾਰਮਸ ਦੇ ਵਿੱਚ ਸਾਡੇ ਆਲੇ ਦੁਆਲੇ ਹੈ ਜਿਵੇਂ ਚਾਰਕੋਲ ਹੈ ਕੋਕ ਹੈ ਗ੍ਰੇਫਾਈਟ ਹੈ ਡਾਇਮੰਡ ਇਹ ਸਾਰੇ ਕਾਰਬਨ ਦਾ ਹੀ ਰੂਪ ਹੈ ਕੋਲ ਜਿਹੜਾ ਹੈ ਉਹ ਤੁਸੀਂ ਕੋਲਾ ਦੇਖਿਆ ਹੋਏਗਾ ਦੈਟ ਇਜ਼ ਆਲਸੋ ਕਾਰਬਨ ਗ੍ਰੇਫਾਈਟ ਹੈ ਡਾਇਮੰਡ ਜਿਹੜਾ ਹੈ 골ਡ ਦੀ ਰਿੰਗਸ ਦੇ ਵਿੱਚ ਜੁਐਲਰੀ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਬਟ ਇਟ ਇਜ਼ ਦਾ ਹਾਰਡੈਸਟ ਕਾਰਬਨ ਹੈ ਪੈਨਸਿਲ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਦੈਟ ਇਜ਼ ਦਾ ਗ੍ਰੇਫਾਈਟ ਪੈਨਸਿਲ ਦਾ ਸਿੱਕਾ ਦੇਖਿਆ ਨਾ ਤੁਸੀਂ ਬਾਰ-ਬਾਰ ਤੁਹਾਨੂੰ ਕੱਢਣੀ ਪੈਂਦੀ ਹੈ ਯੂ ਅਗੇਨ ਹੈਵ ਟੂ ਸ਼ਾਰਪਨ ਦਾ ਪੈਨਸਿਲ ਟਾਈਮ ਐਂਡ ਅਗੇਨ ਕਿਉਂਕਿ ਨॉन ਮੈਟਲ ਹੈ ਜਿਹੜੀ ਗ੍ਰੇਫਾਈਟ ਪੈਨਸਿਲ ਦਾ ਲੈਡ ਹੈ ਜੋ that is a non-metal form of carbon so that can be beaten and ਜਦੋਂ ਉਹਨੂੰ ਹੈਮਰ ਨਾਲ ਬੀਟ ਕਰਦੇ ਆ it breaks into pieces which is the property of non-metals
ਸੋ ਕਾਰਬਨ ਇਜ਼ ਬ੍ਰਿਟਲ। ਕਾਰਬਨ ਨੂੰ ਵੀ ਤੁਸੀਂ ਜਦੋਂ ਅਗਰ ਹੈਮਰ ਨਾਲ ਬੀਟ ਕਰੋਗੇ, ਮਾਰੋਗੇ ਉਸਨੂੰ, ਤਾਂ ਉਹ ਬ੍ਰਿਟਲ ਹੋਣ ਕਰਕੇ ਇਟ ਵਿਲ ਬ੍ਰੇਕ ਇਨਟੂ ਪੀਸਸ। ਸਿਮਿਲਰਲੀ ਸਲਫਰ ਇਜ਼ ਆਲਸੋ ਅ ਨੋਨ ਮੈਟਲ। ਸਲਫਰ ਜਿਹੜੀ ਹੈ, if we hammer the piece of sulfur, it will also break into smaller pieces, ਉਹਦੇ ਵੀ ਟੁਕੜੇ ਹੋ ਜਾਣਗੇ। ਸੋ ਨੋਨ ਮੈਟਲਸ ਦੀ ਪ੍ਰੋਪਰਟੀ ਹੈ ਬ੍ਰਿਟਲਨੈਸ। ਮੀਨਸ ਬ੍ਰਿਟਲਨੈਸ ਕੀ ਹੈ? ਦ ਪ੍ਰੋਪਰਟੀ ਡਿਊ ਟੂ ਵਿਚ ਨੋਨ ਮੈਟਲਸ ਬ੍ਰੇਕ ਔਨ ਹੈਮਰਿੰਗ, यानी कि हैमर करन ते अगर वो टुट रहे हैं तो दैट इज अ नॉन मेटल। तो ब्रिटलनेस जी है, इट इज़ अ करैक्टरिस्टिक प्रॉपर्टी ऑफ द सॉलिड नॉन मेटल। जी नॉन मेटल सॉलिड है वो प्रॉपर्टी है। नैक्सट जी फिजिकल प्रॉपर्टी वी विल कंपेयर इज डक्टिलिटी। डक्टिलिटी का मतलब होंगे जी कि मैटल्स नू, the metals that can be drawn into wires, the property which allows the metals to be drawn into wires is called ductility। ductility is the property of metals ਜਿਹਦੇ ਵਿੱਚ ਕਿ ਉਹਨਾਂ ਨੂੰ ਖਿੱਚ ਕੇ ਤਾਰਾਂ ਬਣ ਸਕਦੀਆਂ। ਸਭ ਤੋਂ ਜਿਹੜੀ ਜ਼ਿਆਦਾ ਮੈਟਲਸ ਜਿਹੜੀਆਂ ਹੈ ਜਨਰਲੀ ਡਕਟਾਈਲ ਮੋਸਟਲੀ ਹੁੰਦੀਆਂ, ਔਰ ਕਾਪਰ ਐਂਡ ਐਲੂਮੀਨੀਅਮ, ਗੋਲਡ ਐਂਡ ਸਿਲਵਰ, ਇਹ ਬੈਸਟ ਡਕਟਾਈਲ ਮੈਟਲਸ ਹੈ। ਗੋਲਡ ਔਰ ਸਿਲਵਰ ਪਤਲੀ ਪਤਲੀ ਚਾਂਦੀ ਦੀ ਤਾਰਾਂ, ਸੋਨੇ ਦੀ ਤਾਰਾਂ ਆਪਾਂ ਖਿੱਚ ਕੇ ਬਣਾਈ ਜਾ ਸਕਦੀਆਂ, ਜਿਹਦੀ ਜੁਐਲਰੀ ਵੀ ਬਣਦੀ ਹੈ, and they are the amongst the best ductile metals। Copper and aluminium metals, they are also very ductile and they can be drawn into wires। Copper ਦੀਆਂ wires ਬਣਦੀਆਂ ਬਿਜਲੀ ਦੇ ਵਿੱਚ, ਸਾਰੇ ਤੁਸੀਂ ਦੇਖੋਗੇ ਉਹਦੇ ਵਿੱਚ copper ਦੀ wire use ਹੁੰਦੀ ਹੈ ਜਿੰਨੀ ਵੀ electricity appliances ਹੈ। aluminium wires ਵੀ use ਹੁੰਦੀਆਂ electric wires ਦੇ ਵਿੱਚ। ਤੇ ਹੋਰ ਜਿੰਨੀਆਂ ਵੀ ਮੈਟਲਸ ਹੈ, ਆਇਰਨ, ਮੈਗਨੀਸ਼ੀਅਮ, ਟੰਗਸਟਨ, ਦੇ ਆਰ ਕੁਆਇਟ ਡਕਟਾਈਲ ਐਂਡ ਆਲ ਕੈਨ ਬੀ ਡਰਾwn ਇਨਟੂ ਵਾਇਰਸ। ਖਿੱਚ ਕੇ ਉਹਨਾਂ ਦੀਆਂ ਤਾਰਾਂ ਬਣਾਈਆਂ ਜਾ ਸਕਦੀਆਂ। ਔਨ ਦ ਅਦਰ ਹੈਂਡ ਅਗਰ ਅਸੀਂ ਨੋਨ ਮੈਟਲਸ ਨੂੰ ਦੇਖਦੇ ਹਾਂ, ਦ ਨੋਨ ਮੈਟਲਸ ਦੇ ਕੈਨੋਟ ਬੀ ਡਰਾwn ਇਨਟੂ ਵਾਇਰਸ। ਅਗਰ ਅਸੀਂ ਉਸਨੂੰ ਖਿੱਚਾਂਗੇ ਜਾਂ ਸਟ੍ਰੈਚ ਕਰਾਂਗੇ, ਦੈਨ ਦੇ ਬ੍ਰੇਕ ਔਰ ਸਨੈਪ ਔਨ ਸਟ੍ਰੈਚਿੰਗ। ਖਿੱਚਣ ਤੇ ਉਹ ਟੁੱਟ ਜਾਣਗੀਆਂ। ਸਲਫਰ ਹੈ ਐਂਡ ਫਾਸਫੋਰਸ, these are the non metals and they are not ductile। ਬਿਲਕੁਲ ਵੀ ਇਹਨਾਂ ਨੂੰ ਖਿੱਚ ਕੇ ਅਸੀਂ ਤਾਰਾਂ ਨਹੀਂ ਬਣਾ ਸਕਦੇ ਇਹਨਾਂ ਦੀਆਂ। ਜਦੋਂ ਸਟ੍ਰੈਚ ਕਰਾਂਗੇ ਸਲਫਰ ਫਾਸਫੋਰਸ ਜਿਹੜਾ ਹੈ ਉਹ ਟੁੱਟ ਜਾਣਗੇ। Next property is conductivity। Conductivity means the metals whether they allow heat and electricity to pass through them or not, है ना। ਤਾਂ ਮੈਟਲਸ ਜਿਹੜੀਆਂ ਹੈ ਉਹ ਗੁੱਡ ਕੰਡਕਟਰਸ ਹੁੰਦੀਆਂ ਆਫ ਹੀਟ ਐਂਡ ਇਲੈਕਟ੍ਰਿਸਿਟੀ। ਆਪਣੇ ਆਪ ਵਿੱਚੋਂ ਹੀਟ ਔਰ ਇਲੈਕਟ੍ਰਿਸਿਟੀ ਬੜੀ ਜਲਦੀ ਪਾਸ ਕਰ ਦਿੰਦੀਆਂ। ਸੋ ਮੈਟਲਸ ਆਰ ਗੁੱਡ ਕੰਡਕਟਰਸ ਆਫ ਹੀਟ ਐਂਡ ਇਲੈਕਟ੍ਰਿਸਿਟੀ। ਅਗਰ ਅਸੀਂ ਤੁਸੀਂ ਦੇਖਿਆ ਹੋਏਗਾ ਕਿ ਮੈਟਲ ਦਾ ਚਮਚ ਹੈ ਜਾਂ ਕੋਈ ਵੀ ਕੜਛੀ ਹੈ, ਅਗਰ ਤੁਸੀਂ ਹੋਲਡ ਕਰਦੇ ਹੋ ਤੇ ਕਿਚਨ ਦੇ ਵਿੱਚ ਕੰਮ ਕਰਦੇ ਹੋ ਦੇਖਿਆ ਹੋਏਗਾ, ਤਾਂ ਉਹ ਬਹੁਤ ਜ਼ਿਆਦਾ ਹੀਟਅਪ ਹੋ ਜਾਂਦੀ ਹੈ। ਮੈਟਲ ਕਿਉਂਕਿ ਇਸ ਕਰਕੇ ਹੀਟਅਪ ਹੁੰਦੀ ਹੈ ਕਿ ਸਟੋਵ ਤੋਂ ਜਿਹੜੀ ਯੂਟੈਂਸਿਲ ਤੁਹਾਡੇ ਭਾਂਡੇ ਦੇ ਵਿੱਚ, ਬਰਤਨ ਜਿਹਦੇ ਵਿੱਚ ਖਾਣਾ ਬਣ ਰਿਹਾ, ਕਿਉਂਕਿ ਯੂਟੈਂਸਿਲ ਗਰਮ ਹੋ ਰਿਹਾ ਔਰ ਉਸ ਦੇ ਨਾਲ ਹੀ ਤੁਸੀਂ ਆਪਣੀ ਲੈਡਲ ਯਾਨੀ ਕੜਛੀ ਰੱਖੀ ਹੋਈ ਹੈ, ਤਾਂ ਉਸ ਦੇ ਵਿੱਚੋਂ ਹੀਟ ਜਿਹੜੀ ਹੈ ਉਹ ਕੰਡਕਟ ਹੋ ਕੇ ਉਹਦੇ ਲਾਗ ਹੈਂਡਲ ਤੱਕ ਪਹੁੰਚ ਜਾਂਦੀ ਹੈ, ਔਰ ਜਦੋਂ ਤੁਸੀਂ ਉਸ ਨੂੰ ਪਕੜਦੇ ਹੋ ਤਾਂ ਯੂਅਰ ਹੈਂਡਸ ਕੈਨ ਬਰਨ। ਤਾਂ ਇਹਦਾ ਮਤਲਬ ਇਹ ਹੈ ਕਿ ਗੁੱਡ ਕੰਡਕਟਰ ਹੋਣ ਕਰਕੇ ਉਹ ਹੀਟ ਨੂੰ ਆਪਣੇ ਆਪ 'ਚੋਂ ਫਟਾਫਟ ਟਰੈਵਲ ਕਰਨ ਦਿੰਦਾ, ਕੁਇਕਲੀ ਹੀਟ ਟਰੈਵਲ ਕਰ ਜਾਂਦੀ ਹੈ। ਔਰ ਕਾਪਰ, ਸਿਲਵਰ, ਗੋਲਡ, ਐਲੂਮੀਨੀਅਮ, ਸਾਰੀਆਂ ਆਇਰਨ ਮੈਟਲਸ, ਇਹ ਸਾਰੀਆਂ ਹੀ ਗੁੱਡ ਕੰਡਕਟਰਸ ਆਫ ਹੀਟ ਹੈ। ਬੜੀ ਜਲਦੀ ਇਹਨਾਂ ਵਿੱਚੋਂ ਹੀਟ ਜਿਹੜੀ ਹੈ ਟ੍ਰਾਂਸਫਰ ਹੁੰਦੀ ਹੈ। ਹਾਊਐਵਰ ਜਿਹੜੀ ਸਿਲਵਰ ਹੈ, ਚਾਂਦੀ, ਇਹ ਸਿਲਵਰ ਮੈਟਲ ਦੈਟ ਇਜ਼ ਦ ਬੈਸਟ ਕੰਡਕਟਰ ਆਫ ਹੀਟ। ਬਹੁਤ ਸਭ ਤੋਂ ਜ਼ਿਆਦਾ ਜਲਦੀ ਜਿਹੜੀ ਹੀਟ ਟ੍ਰਾਂਸਫਰ ਹੁੰਦੀ ਹੈ ਉਹ, ਔਰ ਹੀਟ ਐਂਡ ਇਲੈਕਟ੍ਰਿਸਿਟੀ ਬੋਥ, ਉਹਦੇ ਵਿੱਚੋਂ ਸਿਲਵਰ ਮੈਟਲ ਜਿਹੜੀ ਹੈ ਉਹ ਦੈਟ ਇਜ਼ ਦ ਬੈਸਟ ਕੰਡਕਟਰ ਆਫ ਹੀਟ, ਬੜੀ ਜਲਦੀ ਹੁੰਦੀ ਹੈ। ਫੋਲੋਡ ਬਾਈ ਕਾਪਰ ਮੈਟਲ। ਉਸ ਤੋਂ ਬਾਅਦ ਕਾਪਰ ਮੈਟਲ ਉਸ ਨਾਲੋਂ, ਕਾਪਰ ਮੈਟਲ ਦੇ ਵਿੱਚ ਵੀ ਹੋ ਜਾਂਦੀ ਹੈ ਬਟ ਸਿਲਵਰ ਇਜ਼ ਦਾ ਬੈਸਟ। ਕਾਪਰ ਮੈਟਲ ਐਂਡ ਦੈਨ ਐਲੂਮੀਨੀਅਮ ਮੈਟਲ। ਤੇ ਕੁਕਿੰਗ ਯੂਟੈਂਸਿਲਸ ਵਗੈਰਾ ਵਿੱਚ ਤੁਸੀਂ ਦੇਖਿਆ ਹੋਏਗਾ, ਜਿਵੇਂ ਹਾਂਡੀ ਹੈ ਜਾਂ ਕੁਛ, ਉਹਨਾਂ ਦਾ ਬੋਟਮ ਜਿਹੜਾ ਹੁੰਦਾ ਉਹ ਕਾਪਰ ਦਾ ਬਣਿਆ ਹੁੰਦਾ। ਤੁਸੀਂ ਦੇਖਿਆ ਹੋਏਗਾ ਐਸੇ ਬਰਤਨ ਜਿਹਦੇ ਵਿੱਚ ਕਿ ਤੁਹਾਨੂੰ ਹਾਫ ਦੇ ਵਿੱਚ ਨਿਚਲੇ ਪੋਰਸ਼ਨ ਤੇ ਬੋਟਮ ਆਫ ਦਾ ਯੂਟੈਂਸਿਲ ਤੇ ਕਾਪਰ ਲੱਗਿਆ ਹੋਏਗਾ ਔਰ ਉੱਪਰ ਉਹ ਸਟੀਲ ਹੋਏਗਾ। ਤਾਂ ਕਾਪਰ ਦਾ ਪਰਪਸ ਕੀ ਹੈ? ਮੈਟੈਲਿਕ ਬਾਟਮ ਜਿਹੜਾ ਕਾਪਰ ਲਗਾਇਆ ਹੋਇਆ ਹੈ ਕੁਕਿੰਗ ਯੂਟੈਂਸਿਲ ਤੇ, ਉਹ ਹੀਟ ਨੂੰ ਬਹੁਤ ਹੀ ਛੇਤੀ ਟ੍ਰਾਂਸਫਰ ਕਰ ਦਿੰਦਾ ਹੈ, ਕਿਉਂਕਿ ਸਿੰਸ ਇਟ ਇਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਤਾਂ ਜਿਹੜੀ ਗੈਸ ਤੋਂ ਹੀਟ ਆ ਰਹੀ ਹੈ ਉਹ ਫਟਾਫਟ ਅੰਦਰ ਖਾਣੇ ਦੇ ਵਿੱਚ ਯਾਨੀ ਬਰਤਨ ਨੂੰ ਹੀਟਅਪ ਕਰੇਗਾ ਔਰ ਖਾਣਾ ਜਿਹੜਾ ਹੈ ਜਲਦੀ ਬਣੇਗਾ, ਸੇਵਿੰਗ ਦਾ ਟਾਈਮ ਐਂਡ ਦਾ એનર્ਜੀ, ਯਾਨੀ ਕਿ ਟਾਈਮ ਐਂਡ ਜਿਹੜਾ ਫਿਊਲ ਹੈ ਉਹ ਸੇਵ ਹੋ ਜਾਂਦਾ ਹੈ। ਤਾਂ ਇਸ ਕਰਕੇ ਔਰ ਇਸੇ ਕਾਰਨ ਕਰਕੇ, ਕਿਉਂਕਿ ਇਹ ਗੁੱਡ ਕੰਡਕਟਰਸ ਹੈ, ਬੇਟਾ ਇਹ ਯਾਦ ਰੱਖਣਾ ਤੁਸੀਂ, ਬਿਕੋਜ਼ ਮੈਟਲਸ ਆਰ ਗੁੱਡ ਕੰਡਕਟਰਸ ਆਫ ਹੀਟ। ਇਸੇ ਕਰਕੇ ਤੁਸੀਂ ਦੇਖਿਆ ਹੋਏਗਾ ਕਿਚਨ ਦੇ ਵਿੱਚ ਤੁਸੀਂ ਅਕਸਰ ਕੰਮ ਕਰਦੇ ਮੰਮਾ ਨੂੰ ਵੀ ਦੇਖਿਆ ਹੋਏਗਾ, ਤੁਸੀਂ ਵੀ ਜਾਣਦੇ ਹੋ। ਤੁਸੀਂ ਦੱਸੋ ਕਿ ਤਵੇ ਦਾ ਹੈਂਡਲ ਜਿਹੜਾ ਹੁੰਦਾ ਹੈ ਉਹ ਕਿਸ ਚੀਜ਼ ਦਾ ਬਣਿਆ? ਕੀ ਮੈਟਲ ਦਾ ਬਣਿਆ? ਸੋ ਜਸਟ ਹੈਵ ਅ ਕੁਇਕ ਲੁੱਕ ਐਟ ਦੈਟ ਤਵਾ, ਠੀਕ ਹੈ। ਉਹਦੇ 'ਚ ਤੁਸੀਂ ਦੇਖਣਾ ਕਿ ਬਾਕੀ ਸਾਰਾ ਤਵਾ ਲੋਹੇ ਦਾ ਹੋਏਗਾ, ਤੇ ਉਹਦਾ ਜਿਹੜਾ ਹੈਂਡਲ ਹੈ ਉਹ ਤੁਸੀਂ ਦੇਖੋਗੇ ਵੁੱਡ ਹੋਏਗਾ, ਵੁਡਨ ਹੋਏਗਾ। ਉਹ ਇਸ ਕਰਕੇ ਸੇਮ ਰੀਜ਼ਨ ਹੈ ਕਿ ਅਗਰ ਹੈਂਡਲ ਵੀ ਉੱਥੇ ਲੋਹੇ ਦਾ ਬਣਿਆ ਹੋਵੇ, ਗੋਲਡ ਉਹਦਾ ਆਇਰਨ ਦਾ ਬਣਿਆ ਹੋਏ, ਤਾਂ ਉਹ ਜਲਦੀ ਹੀ ਇਟ ਵਿਲ ਕੰਡਕਟ ਦਾ ਹੀਟ ਕੁਇਕਲੀ
और इन्ना गर्म हो जाएगा कि हैंडल गर्म होएगा और अगर ਅਸੀਂ ਹੱਥ ਲਗਾਵਾਂਗੇ ਤਾਂ ਆਵਰ ਹੈਂਡ ਵਿਲ ਵੀ ਗੈਟ ਬਰਨ। ਸੋ ਵੀ ਹੈਵ ਟੂ ਹੋਲਡ ਦਾ ਹੌਟ ਮੈਟਲ ਜਿਹੜਾ ਪੈਨ ਹੈ ਉਹਨੂੰ ਵੁੱਡ ਦਾ ਹੈਂਡਲ ਹੁੰਦਾ ਹੈ, ਜਿਹਦੇ ਕਰਕੇ ਅਸੀਂ ਜਿਸ ਨੂੰ ਹੋਲਡ ਕਰਦੇ ਹਾਂ ਤਾਂ ਕਿ ਵੁੱਡ ਤੱਕ ਹੀਟ ਜਿਹੜੀ ਹੈ ਉਹ ਕੰਡਕਟ ਨਾ ਹੋਵੇ। On the other hand, non-metals are poor conductors of heat and electricity। ਤਾਂ ਅਗਰ ਇਹ ਦੇਖੀਏ ਅਸੀਂ ਬੱਚੇ ਨੋਨ ਮੈਟਲਸ ਜਿੰਨੀਆਂ ਵੀ ਅਸੀਂ ਹੁਣ ਤੱਕ ਐਗਜ਼ਾਮਪਲਸ ਪੜ੍ਹੀਆਂ, ਤਾਂ ਨੋਨ ਮੈਟਲਸ ਡੂ ਨਾਟ ਅਲਾਉ ਹੀਟ ਐਂਡ ਇਲੈਕਟ੍ਰਿਸਿਟੀ ਟੂ ਪਾਸ ਥਰੂ them। ਆਪਣੇ ਆਪ ਵਿੱਚੋਂ ਉਹ ਹੀਟ ਜਾਂ ਇਲੈਕਟ੍ਰਿਸਿਟੀ ਪਾਸ ਹੋਣ ਨਹੀਂ ਦਿੰਦੇ, ਪਰ ਐਕਸੈਪਸ਼ਨਸ ਆਰ ਆਲਵੇਜ਼ देयर। ਡਾਇਮੰਡ ਇੱਕ ਨੋਨ ਮੈਟਲ ਹੈ ਜੋ ਕਿ ਵਿਚ ਇਜ਼ ਅ ਵੈਰੀ ਗੁੱਡ ਕੰਡਕਟਰ ਆਫ ਹੀਟ ਨੂੰ ਬਹੁਤ ਅੱਛੀ ਤਰ੍ਹਾਂ ਆਪਣੇ ਆਪ ਚੋਂ ਪਾਸ ਕਰਨ ਦਿੰਦਾ ਹੈ। ਤਾਂ ਡਾਇਮੰਡ ਨੂੰ ਛੱਡ ਕੇ ਉਸ ਤੋਂ ਇਲਾਵਾ ਹੋਰ ਕਿਹੜੀਆਂ? ਗ੍ਰੇਫਾਈਟ। ਗ੍ਰੇਫਾਈਟ ਇਜ਼ ਅ ਨੋਨ ਮੈਟਲ ਵਿਚ ਇਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਇਹ ਤੁਸੀਂ ਜਿਹੜੀ ਐਕਟੀਵਿਟੀ ਵੀ ਕੀਤੀ ਹੋਏਗੀ ਜਿਸ ਦੇ ਵਿੱਚ ਅਗਰ ਅਸੀਂ ਦੋ ਵਾਇਰਸ ਲਗਾ ਦਿੱਤੀਆਂ ਔਰ ਕੀ ਲਗਾਤਾ ਔਰ ਬਲਬ ਲਗਾਤਾ, ਤੇ ਅਗਰ ਅਸੀਂ ਉਹਨਾਂ ਦਾ ਕਨੈਕਸ਼ਨ ਅਗਰ ਸਰਕਿਟ ਦਾ ਬਣਾਈਏ ਤਾਂ ਵਾਇਰਸ ਦੀ ਜਗ੍ਹਾ ਅਸੀਂ ਅਗਰ ਉਸਦੇ ਐਂਡਸ ਜਿਹੜੇ ਹੈ ਇੱਕ ਘੜੀ ਹੋਈ ਪੈਨਸਿਲ ਜਿਹੜੀ ਕਿ ਦੋਨੋਂ ਤਰਫ ਤੋਂ ਸ਼ਾਰਪ ਕੀਤੀ ਗਈ ਹੈ, ਜਿਹਦੇ ਸਿੱਕੇ ਨਿਕਲੇ ਹੋਏ ਹੈ, ਗ੍ਰੇਫਾਈਟ ਹੈ ਨਾ, ਲੈਡ, ਅਗਰ ਅਸੀਂ ਉਹਦੇ ਨਾਲ ਕਨੈਕਟ ਕਰਦੇ ਹਾਂ ਤਾਂ ਬਲਬ ਜਿਹੜਾ ਹੈ ਉਹ ਔਨ ਹੋ ਜਾਏਗਾ। ਦੈਟ ਮੀਨਸ ਕਿ ਪੈਨਸਿਲ ਨੇ ਆਪਣੇ ਵਿੱਚੋਂ ਜਿਹੜਾ ਸਿੱਕਾ ਸੀ ਬਲੈਕ ਕਲਰ ਦਾ ਜਿਹੜਾ ਤੁਸੀਂ ਦੇਖਦੇ ਹੋ ਉਹ ਸਲਿਪਰੀ ਜਿਹਾ ਹੁੰਦਾ ਜਿਹੜਾ, ਔਰ ਈਜ਼ੀਲੀ ਬ੍ਰਿਟਲ ਹੈ, ਉਹ ਬ੍ਰੇਕੇਬਲ ਹੈ, ਉਹ ਦੈਟ ਕੰਡਕਟਸ ਇਲੈਕਟ੍ਰਿਸਿਟੀ ਥਰੂ ਇਟ। ਸੋ ਗ੍ਰੇਫਾਈਟ ਐਂਡ ਡਾਇਮੰਡ ਇਹ ਦੋਨੋਂ ਐਕਸੈਪਸ਼ਨਸ ਹੈ। ਬਾਕੀ ਹੋਰ ਜਿਹੜੀਆਂ ਹੈ ਜਿਵੇਂ ਸਲਫਰ ਹੈ ਦੈਟ ਇਜ਼ ਅ ਨੋਨ ਮੈਟਲ, ਇਹ ਕੰਡਕਟ ਨਹੀਂ ਕਰਦੀ ਹੀਟ ਐਂਡ ਇਲੈਕਟ੍ਰਿਸਿਟੀ। ਕੋਲ ਜਿਹੜਾ ਹੈ ਦੈਟ ਆਲਸੋ ਡਜ਼ ਨਾਟ ਕੰਡਕਟ ਹੀਟ ਐਂਡ ਇਲੈਕਟ੍ਰਿਸਿਟੀ। ਬਾਕੀ ਨੋਨ ਮੈਟਲਸ ਨਹੀਂ ਕਰਦੀਆਂ ਬਟ ਐਕਸੈਪਸ਼ਨਸ ਆਰ ਆਲਵੇਜ਼ ਦੇਅਰ। ਸੋ ਡਾਇਮੰਡ ਐਂਡ ਗ੍ਰੇਫਾਈਟ ਵਿੱਚ ਡਾਇਮੰਡ ਦੇ ਵਿੱਚ ਹੀਟ ਐਂਡ ਗ੍ਰੇਫਾਈਟ ਦੇ ਵਿੱਚ ਇਲੈਕਟ੍ਰਿਸਿਟੀ ਕੰਡਕਟ ਹੋ ਜਾਂਦੀ ਹੈ। ਨੈਕਸਟ ਪ੍ਰੋਪਰਟੀ ਹੈ ਬੱਚੇ ਲਸਟਰ। ਮੈਟਲਸ ਤੁਸੀਂ ਦੇਖੋਗੇ ਜਨਰਲੀ ਲਸਟਰਸ ਹੋਣਗੀਆਂ ਆਪਣੇ ਆਲੇ ਦੁਆਲੇ ਤੋਂ, ਦੇਖੋ ਫਰੋਮ ਡੇਲੀ ਸਰਾਊਂਡਿੰਗਸ ਤੁਹਾਡੀ ਮੈਟਲਸ ਹੈ, ਗੋਲਡ ਔਰ ਸਿਲਵਰ ਦੇ ਮੰਮਾ ਨੇ ਜੁਐਲਰੀ ਪਾਈ ਹੋਏਗੀ, ਤੁਸੀਂ ਦੇਖੋਗੇ ਉਸ ਦੇ ਵਿੱਚ ਸ਼ਾਈਨ ਹੁੰਦੀ ਹੈ। ਆਲੇ ਦੁਆਲੇ ਹੋਰ ਕੋਈ ਮੈਟਲਸ, ਆਇਰਨ ਹੈ, ਹੋਰ ਵੀ ਸਾਰੀ ਮੈਟਲਸ ਦੇ ਵਿੱਚ, ਸਟੇਨਲੈਸ ਸਟੀਲ ਦੇ ਤੁਹਾਡੀ ਸਾਈਕਲ ਦੇ ਦੇਖੋ ਜਿਹੜੀ ਬੈਲ ਹੁੰਦੀ ਹੈ ਜਾਂ ਸਾਈਕਲ ਦਾ ਜਿਹੜੀ ਬੋਡੀ ਹੈ ਉਹ ਸਾਰੀ ਸ਼ਾਈਨ ਹੁੰਦੀ ਹੋਏਗੀ। ਤਾਂ ਮੈਟਲਸ ਦੇ ਹੈਵ ਸ਼ਾਈਨੀ ਅਪੀਅਰੈਂਸ, ਮਤਲਬ ਚਮਕ ਹੁੰਦੀ ਹੈ। ਤੇ ਔਨ ਦੀ ਅਦਰ ਹੈਂਡ ਜਿਹੜੀ ਨੋਨ ਮੈਟਲਸ ਹੈ ਦੇ ਆਰ ਨੋਨ ਲਸਟਰਸ, ਦੇ ਆਰ ਡਲ। ਡਲ ਹੁੰਦੀ ਹੈ, ਉਹਦੇ ਚਮਕ ਨਹੀਂ ਹੁੰਦੀ। ਦਿਸ ਮੀਨਸ ਦੈਟ ਨੋਨ ਮੈਟਲਸ ਆਰ ਨੋਟ ਸ਼ਾਈਨੀ, ਡਲ ਅਪੀਅਰੈਂਸ ਹੁੰਦੀ ਹੈ। ਜਿਵੇਂ ਸਲਫਰ, ਫਾਸਫੋਰਸ ਹੈ ਜੋ ਕਿ ਸੋਲਿਡ ਹੈ ਨੋਨ ਮੈਟਲਸ ਦੇ ਵਿੱਚ, ਉਹਨਾਂ ਦੀ ਕੋਈ ਲਸਟਰ ਜਾਂ ਸ਼ਾਈਨ ਨਹੀਂ ਹੁੰਦੀ ਹੈ। ਬਟ ਇਹਦੇ 'ਚ ਫਿਰ ਐਕਸੈਪਸ਼ਨਸ ਆਰ ਆਲਵੇਜ਼ ਦੇਅਰ। ਆਇਓਡੀਨ ਇੱਕ ਐਸੀ ਨੋਨ ਮੈਟਲ ਹੈ ਜਿਸ ਦੇ ਵਿੱਚ ਕੀ ਚਮਕ ਹੁੰਦੀ ਹੈ, ਵਿਚ ਹੈਵ ਲਸਟਰ। ਆਇਓਡੀਨ ਹੈਜ਼ ਅ ਸ਼ਾਈਨਿੰਗ ਸਰਫੇਸ। ਨੈਕਸਟ ਪ੍ਰੋਪਰਟੀ ਹੈ ਬੇਟਾ ਸਟਰੈਂਥ। ਮੈਟਲਸ ਜਿਹੜੀਆਂ ਹੁੰਦੀਆਂ ਬਹੁਤ ਜ਼ਿਆਦਾ ਸਟਰੋਂਗ ਹੁੰਦੀਆਂ, ਦੇ ਆਰ ਵੈਰੀ ਵੈਰੀ ਸਟਰੋਂਗ ਐਂਡ ਦੇ ਹੈਵ ਵੈਰੀ ਹਾਈ ਟੈਂਸਾਈਲ ਸਟਰੈਂਥ। ਹਾਈ ਟੈਂਸਾਈਲ ਸਟਰੈਂਥ ਦਾ ਮਤਲਬ ਹੈ ਕਿ ਜਿੰਨਾ ਮਰਜ਼ੀ ਵੇਟ ਪਾ ਦਿਓ, ਜ਼ਿਆਦਾ ਵੇਟ ਪਾ ਦਿਓ, ਤਦ ਵੀ ਉਹ ਬਹੁਤ ਸਟਰੋਂਗ ਹੁੰਦੀਆਂ, ਟੁੱਟਦੀਆਂ ਨਹੀਂ ਹੈ। ਦੇ ਮੀਨਸ ਦੇ ਕੈਨ ਹੋਲਡ ਲਾਰਜ ਵੇਟਸ ਬਿਨਾਂ ਟੁੱਟੇ, ਵਿਦਾਊਟ ਬ੍ਰੇਕਿੰਗ ਜਾਂ ਸਨੈਪਿੰਗ। ਤਾਂ ਜਿੰਨੇ ਵੀ ਤੁਸੀਂ ਦੇਖੇ ਹੋਣਗੇ ਆਪਣੇ ਆਲੇ ਦੁਆਲੇ ਵਹੀਕਲਸ ਹੈ, ਬੱਸਿਸ ਹੈ, ਟਰੱਕਸ ਹੈ, ਸਭ ਦੀ ਬੋਡੀਜ਼ ਕਿਹਦੀ ਬਣੀਆਂ ਹੁੰਦੀਆਂ? ਆਇਰਨ ਦੀਆਂ, ਬਿਕੋਜ਼ ਇਟ ਹੈਜ਼ ਵੈਰੀ ਵੈਰੀ ਹਾਈ ਟੈਂਸਾਈਲ ਸਟਰੈਂਥ। ਬ੍ਰਿਜਸ ਦੇਖੇ ਹੋਣਗੇ ਵੱਡੇ ਵੱਡੇ ਬ੍ਰਿਜ ਜਿਹੜੇ ਬਣਦੇ ਆ ਉਹ ਵੀ ਇਹਦੇ ਆਇਰਨ ਦੇ ਹੀ ਬਣਦੇ ਆ। ਫਿਰ ਆਲੇ ਰੇਲਵੇ ਟਰੈਕਸ ਦੇਖੋ, ਰੇਲਵੇ ਲਾਈਨ ਜਿਹੜੀਆਂ ਹੁੰਦੀਆਂ ਉਹ ਵੀ ਆਇਰਨ ਦੀਆਂ ਹੈ। ਇਸੇ ਤਰ੍ਹਾਂ ਹੀ ਬਿਲਡਿੰਗਸ ਹੈ, ਉਹਨਾਂ ਦੇ ਵਿੱਚ ਵੀ ਜਦੋਂ ਤੁਸੀਂ ਦੇਖਿਆ ਲੈਂਟਰ ਪੈਂਦਾ ਤਾਂ ਸਰੀਆ ਪਾਇਆ ਜਾਂਦਾ ਹੈ। ਤਾਂ ਇਟ ਮੀਨਸ ਕਿ ਉਹ ਬਹੁਤ ਸਟਰੋਂਗ ਹੈ ਕਿ ਬਿਲਡਿੰਗ ਸਨੈਪ ਨਹੀਂ ਹੋਏਗੀ, ਟੁੱਟੇਗੀ ਨਹੀਂ। ਇਸੇ ਕਰਕੇ ਮੈਟਲ ਜਿਹੜੀਆਂ ਹੈ ਦੇ ਆਰ ਵੈਰੀ ਸਟਰੋਂਗ। ਬਟ ਇਹਦੇ 'ਚ ਫਿਰ ਕੀ ਆ ਗਈਆਂ? ਐਕਸੈਪਸ਼ਨਸ ਆ ਗਈਆਂ। ਐਕਸੈਪਸ਼ਨ ਮੀਨਸ ਜਿਹੜੀ ਮੈਟਲ ਸਟਰੋਂਗ ਨਹੀਂ ਹੈ। ਹੁਣ ਕਿਹੜੀਆਂ ਦੋ ਮੈਟਲ ਸਟਰੋਂਗ ਨਹੀਂ ਹੈ ਬੱਚੇ? ਇੱਥੇ ਤੁਹਾਨੂੰ ਕੁਐਸਚਨ ਵੀ ਆ ਜਾਂਦਾ ਹੈ ਕਿ ਦ ਮੈਟਲਸ ਵਿਚ ਆਰ ਵੈਰੀ ਸੌਫਟ ਵਿਚ ਕੈਨ ਬੀ ਕੱਟ ਵਿਦ ਅ ਨਾਈਫ। ਚਾਕੂ ਨਾਲ ਵੀ ਕੱਟੀਆਂ ਜਾ ਸਕਦੀਆਂ, ਇੰਨੀਆਂ ਸੌਫਟ ਹੈ, ਪਰ ਹੈ ਇਹ ਮੈਟਲਸ ਹੈ। ਤਾਂ ਐਕਸੈਪਸ਼ਨਸ ਆਰ ਆਲਵੇਜ਼ ਦੇਅਰ। So sodium and potassium metals are not strong. They have very low tensile strength. दूसरे पासे बच्चे अगर ਅਸੀਂ नॉन metals देखिए, on the other hand non metals are not strong और बहुत low tensile strength है, very low tensile strength है, means they cannot hold large weights और ਬਹੁਤ ਜਲਦੀ ਟੁੱਟਦੀਆਂ, ਬ੍ਰੇਕ ਹੋ ਜਾਂਦੀਆਂ। ਸੋ ਅਗਰ ਉਹਨਾਂ ਤੇ ਥੋੜਾ ਜਿਹਾ ਵੀ weight ਪਾਉਂਦੇ ਆ ਤਾਂ they are easily snapped। ਜਿਵੇਂ ਫॉर एग्जांपल ਗ੍ਰੇਫਾਈਟ ਆਪਾਂ ਅੱਗੇ ਡਿਸਕਸ ਕਰ ਚੁੱਕੇ ਹਾਂ, it is a non metal and it is not strong। ਜਿਹੜਾ ਸਿੱਕਾ ਵੀ ਹੁੰਦਾ ਹੈਗਾ ਤੁਹਾਡੀ ਪੈਨਸਿਲ ਦਾ ਲੈਡ ਹੈ, ਈਜ਼ੀਲੀ ਸਨੈਪ ਹੋ ਜਾਂਦਾ, ਤੁਹਾਨੂੰ ਬਾਰ-ਬਾਰ ਪੈਨਸਿਲ ਨੂੰ ਸ਼ਾਰਪ ਕਰਨਾ ਪੈਂਦਾ। ਤਾਂ ਇਹਦੇ ਨਾਲ ਨਾਲ ਜੋ ਵੀ ਅਸੀਂ ਪ੍ਰੋਪਰਟੀਜ਼ ਕਰ ਰਹੇ ਹਾਂ ਬੱਚੇ, ਤਾਂ ਸਟਰੈਂਥ ਜਿੰਨੀਆਂ ਵੀ ਪ੍ਰੋਪਰਟੀਜ਼ ਹੈ ਉਹਨਾਂ ਦੀਆਂ ਜਿਹੜੀਆਂ ਐਕਸੈਪਸ਼ਨਸ ਹੈ ਉਹਨਾਂ ਨੂੰ ਵੀ ਤੁਸੀਂ ਨਾਲ ਨਾਲ ਯਾਦ ਕਰਨਾ, ਬਿਕੋਜ਼ ਕੁਐਸਚਨਸ ਕੈਨ ਬੀ ਆਸਕਡ ਫਰੋਮ them। So next property we are considering is the sonorousness, means ringing sound। ਜਦੋਂ ਅਸੀਂ ਉਹਨਾਂ ਨੂੰ ਸਟ੍ਰਾਈਕ ਕਰਦੇ ਹਾਂ
ਮੈਟਲਸ ਤੇ ਅਗਰ ਕੁਛ ਵੀ ਹੈਮਰ ਨਾਲ ਜਾਂ ਕੋਈ ਵੀ ਚੀਜ਼ ਉਸ ਤੇ ਮਾਰਦੇ ਆ ਤਾਂ ਉਹ ਰਿੰਗਿੰਗ ਸਾਊਂਡ ਪ੍ਰੋਡਿਊਸ ਕਰਦੀ ਹੈ। ਔਰ ਮੈਟਲ ਜਿਹੜੀਆਂ ਹੈ ਦੇ ਆਰ ਸੋਨੋਰਸ ਮੀਨਸ ਕਿ ਮੈਟਲਸ ਨੂੰ ਜਦੋਂ ਵੀ ਕੋਈ ਵੀ ਸਟ੍ਰਾਈਕ ਕੀਤਾ ਜਾਂਦਾ ਹੈ ਕਿਸੇ ਵੀ ਚੀਜ਼ ਨਾਲ ਤੇ ਉਹ ਰਿੰਗਿੰਗ ਸਾਊਂਡ ਕਰਦੀਆਂ ਪ੍ਰੋਡਿਊਸ। ਇਹ ਤੁਸੀਂ ਘਰ ਦੇ ਵਿੱਚ ਦੇਖਿਆ ਹੋਵੇਗਾ, ਕਿਚਨ ਦੇ ਵਿੱਚ ਵੀ ਕੋਈ ਬਰਤਨ ਹੈ ਜਿਵੇਂ ਕਈ ਵਾਰੀ ਸਟ੍ਰਾਈਕ ਨਾ ਵੀ ਕਰੋ, ਜਿਵੇਂ ਪਤੀਲਾ ਹੈ ਤੁਸੀਂ ਫਲੋਰ ਤੇ ਰੱਖਦੇ ਹੋ ਤਾਂ ਕਾਫੀ ਉਹਦੀ ਟਨ ਦੀ ਆਵਾਜ਼ ਆਉਂਦੀ ਰਹਿੰਦੀ ਹੈ, ਜਿਵੇਂ ਰਿੰਗਿੰਗ ਸਾਊਂਡ ਹੁੰਦੀ ਹੈ। ਜਾਂ ਤੁਸੀਂ ਅਗਰ ਚਮਚ ਦੇ ਨਾਲ ਤੁਸੀਂ ਗਲਾਸ ਨੂੰ ਸਟ੍ਰਾਈਕ ਕਰਦੇ ਹੋ ਤਾਂ ਉਹਦੇ 'ਚ ਵੀ, ਕਿਉਂਕਿ ਉਹ ਮੈਟਲ ਸਟੀਲ ਦਾ ਬਣਿਆ ਹੋਇਆ ਤਾਂ ਸਟੀਲ ਵੀ ਇੱਕ ਮੈਟਲ ਹੈ ਤਾਂ ਉਹ ਵੀ ਰਿੰਗਿੰਗ ਸਾਊਂਡ ਜਿਹੜੀ ਹੈ ਪ੍ਰੋਡਿਊਸ ਕਰੇਗੀ। ਸੋ ਦ ਥਿੰਗਸ ਮੇਡ ਆਫ ਮੈਟਲਸ ਪ੍ਰੋਡਿਊਸ ਅ ਰਿੰਗਿੰਗ ਸਾਊਂਡ ਵੈਨ ਸਟਰਕ ਹਾਰਡ। ਤਾਂ सोनोरस मीन्स कैपेबल ऑफ प्रोड्यूसिंग अ रिंगिंग साउंड। ठीक है जी, मैटल्स ਜਿਹੜੀਆਂ ਹੈ सोनोरस ਹੈ। ਇਸੇ ਕਰਕੇ ਟੈਂਪਲਸ ਦੀਆਂ ਤੁਸੀਂ ਆਪਣੀ ਸਾਈਕਲ ਦੀ ਬੈਲ ਦੇਖੀ ਹੋਏਗੀ, ਸਾਈਕਲ ਦੀ ਬੈਲ ਦੇ ਵਿੱਚ ਵੀ ਕਿੰਨੀ ਆਵਾਜ਼ ਆਉਂਦੀ ਹੈ ਜਦੋਂ ਸਟ੍ਰਾਈਕ ਕਰਦੇ ਹੋ ਤੁਸੀਂ। ਇਸੇ ਤਰ੍ਹਾਂ ਟੈਂਪਲਸ ਦੇ ਵਿੱਚ ਜਿਹੜੀਆਂ ਬੈਲਸ ਹੁੰਦੀਆਂ ਘੰਟੀਆਂ ਉਹ ਵੀ ਰਿੰਗਿੰਗ ਸਾਊਂਡ ਪ੍ਰੋਡਿਊਸ ਕਰਦੀਆਂ। ਤਾਂ ਇਹ ਐਗਜ਼ਾਮਪਲਸ ਤੁਸੀਂ ਸਾਰਿਆਂ ਨੇ ਦੇਖ ਲਏ ਆ, ਨਾਲ ਦੀ ਨਾਲ ਲਰਨ ਵੀ ਕਰ ਲੈਣੇ ਆ। ਉਸ ਤੋਂ ਬਾਅਦ ਨੋਨ ਮੈਟਲ ਜਿਹੜੀਆਂ ਹੈ ਔਨ ਦਾ ਅਦਰ ਹੈਂਡ ਦੇ ਆਰ ਨਾਟ ਸਨੋਰਸ, ਕਿਉਂਕਿ ਅਸੀਂ ਪੜ੍ਹਿਆ ਕਿ ਨੋਨ ਮੈਟਲਸ ਦੀਆਂ ਜਿਹੜੀ ਪ੍ਰੋਪਰਟੀਜ਼ ਹੈ ਦੇ ਆਰ ਆਪੋਜ਼ਿਟ ਟੂ ਦੀ ਮੈਟਲਸ। ਤਾਂ ਨੋਨ ਮੈਟਲਸ ਆਰ ਨੋਨ ਸਨੋਰਸ means they do not make a ringing sound when we strike them। ਕਾਰਬਨ ਦਾ ਕੋਈ ਪੀਸ ਚੱਕ ਕੇ ਦੇਖ ਲਓ, ਚਾਰਕੋਲ ਦੇਖ ਲਓ, ਕੋਲ ਦੇਖ ਲਓ, ਫਲੋਰ ਤੇ ਤੁਸੀਂ ਸੁੱਟੋਗੇ ਜ਼ਮੀਨ ਤੇ ਤਾਂ ਉਹਦੀ ਕੋਈ ਆਵਾਜ਼ ਨਹੀਂ ਆਏਗੀ। ਕੋਲੇ ਦਾ ਟੁਕੜਾ ਲੈ ਕੇ ਤਾਂ ਅਗਰ ਤੁਸੀਂ ਉਹਨੂੰ ਜ਼ਮੀਨ ਤੇ ਸੁੱਟੋਗੇ ਹੈ ਨਾ, ਕੋਈ ਆਵਾਜ਼ ਨਹੀਂ ਆਏਗੀ। ਇਸੇ ਤਰ੍ਹਾਂ ਹੀ ਕਾਰਬਨ, ਸਲਫਰ ਜਿੰਨੀਆਂ ਵੀ ਨੋਨ ਮੈਟਲਸ हैं they are not sonorous means they are not capable of producing a ringing sound when struck। Next property is hardness। Metals are generally hard means mostly ਜਿਹੜੀਆਂ metals हैं they cannot be cut easily। ਉਹਨਾਂ ਨੂੰ ਕੱਟਿਆ ਨਹੀਂ ਜਾ ਸਕਦਾ ਤੇ with a pair of scissors or with knife। but ਦੋ examples ਅਸੀਂ exceptions ਪੜ੍ਹ ਲਈਆਂ। sodium and potassium metals ਅਜਿਹੀਆਂ metals हैं which are soft and they can be easily cut with a knife। metals ਹੁੰਦਿਆਂ ਵੀ they don't exhibit the hard property। ਉਹ soft ਹੁੰਦੀਆਂ ਔਰ ਉਹਨਾਂ ਨੂੰ ਚਾਕੂ ਨਾਲ ਆਰਾਮ ਨਾਲ sodium and potassium ਨੂੰ ਕੱਟਿਆ ਜਾ ਸਕਦਾ ਹੈ। on the other hand ਅਗਰ ਤੁਸੀਂ non metals ਦੇਖੋ ਤਾਂ they are quite soft, ਬਹੁਤ ਜ਼ਿਆਦਾ soft ਹੁੰਦੀਆਂ and non metals can be cut easily। ਪਰ ਇੱਥੇ ਫਿਰ ਇੱਕ exception ਆ ਗਈ, diamond। diamond ਇੱਕ ਐਸੀ non metal ਹੈ which is very very hard। even in fact diamond ਜਿਹੜਾ ਹੈ ਬੱਚੇ that is the hardest substance। natural substance ਹੈ, ਸਾਨੂੰ ਪਤਾ ਹੈ ਕਿ ਜ਼ਮੀਨ ਥੱਲੋਂ ਮਿਲਦਾ ਹੈ ਤੇ ਮਾਈਨਸ ਹੁੰਦੀਆਂ ਇਹਦੀਆਂ ਵੀ। ਡਾਇਮੰਡ ਜਦੋਂ ਨਿਕਲਦਾ ਹੈ ਉਹਦੇ ਮਾਈਨਸ ਦੇ ਵਿੱਚੋਂ ਤਾਂ that is the hardest substance। ਇਹਨੂੰ ਅੱਗੇ ਸ਼ੀਸ਼ਾ ਕੱਟਣ ਨੂੰ, ਗਲਾਸ ਕੱਟਣ ਨੂੰ, ਰੌਕ ਕੱਟਣ ਨੂੰ ਇਹਨੂੰ ਯੂਜ਼ ਕੀਤਾ ਜਾਂਦਾ ਹੈ ਬਿਕੋਜ਼ ਆਫ ਦਿਸ ਪ੍ਰੋਪਰਟੀ ਓਨਲੀ ਕਿ ਇਟ ਇਜ਼ ਦਾ ਹਾਰਡੈਸਟ ਸਬਸਟੈਂਸ। So now we have compared the physical properties of metals and non-metals both। So we'll start with the MCQ part। So the first MCQ is Prabhsimran bought an idol statue made of copper from a fair, but he was astonished to see that the idol was covered with a light green coating on its surface after some days. The light green coating on the statue is mixture of copper hydroxide and copper carbonate, B option copper sulfate and copper hydroxide, C copper sulfate and copper carbonate, and none of these। बेटा क्वेश्चन ਨੂੰ ਇੱਥੇ ਸਮਝੋ। ਪ੍ਰਭਸਿਮਰਨ ਨੇ ਇੱਕ ਸਟੈਚੂ ਖਰੀਦਿਆ ਹੈ ਜੋ ਕਿ ਕਾਪਰ ਦਾ ਬਣਿਆ ਹੋਇਆ ਹੈ ਫਰੋਮ ਅ ਫੇਅਰ, ਮੇਲੇ ਤੋਂ। ਬਟ ਉਸਨੇ ਦੇਖਿਆ ਕਿ ਉਹ ਹੌਲੀ ਹੌਲੀ ਲਾਈਟ ਗ੍ਰੀਨ ਕਲਰ ਦਾ ਹੋ ਰਿਹਾ ਹੈ, ਉਸਦੀ ਜਿਹੜੀ ਕੋਟਿੰਗ ਹੈ ਉਹ ਗ੍ਰੀਨ ਕਲਰ ਦੇ ਨਾਲ ਕਵਰ ਹੋ ਰਹੀ ਹੈ। ਤੇ ਇੱਥੇ ਕੁਐਸਚਨ ਪੁੱਛਿਆ ਗਿਆ ਕਿ ਉਹ ਲਾਈਟ ਗ੍ਰੀਨ ਕੋਟਿੰਗ ਜਿਹੜੀ ਸਟੈਚੂ ਦੀ ਹੈ ਉਹ ਕਿਸ ਚੀਜ਼ ਦਾ ਮਿਕਸਚਰ ਹੈ। ਤਾਂ ਇੱਥੇ ਤੁਸੀਂ ਧਿਆਨ ਰੱਖਣਾ ਹੈ ਕਿ ਜਿੰਨੀਆਂ ਵੀ ਮੈਟਲਸ ਹੈ ਜਦੋਂ ਉਹ ਏਅਰ ਵਿੱਚ ਐਕਸਪੋਜ਼ ਹੋ ਜਾਂਦੀਆਂ ਜਾਂ ਐਸਿਡਿਕ ਕੰਡੀਸ਼ਨਸ ਦੇ ਵਿੱਚ ਹੋ ਜਾਂਦੀਆਂ ਜਾਂ ਮੋਇਸਚਰ ਮੀਨਸ ਨਮੀ ਜਿਹੜੀ ਹੁੰਦੀ ਹੈ ਐਟਮੋਸਫੀਅਰ ਦੇ ਵਿੱਚ, ਤਾਂ ਉਹ ਇੱਕ ਪ੍ਰੋਸੈਸ ਸਟਾਰਟ ਹੋ ਜਾਂਦਾ ਕਰੋਡਿੰਗ ਦਾ, ਜਿਹਨੂੰ ਕਰੋਜਨ ਕਹਿੰਦੇ ਆ। ਮੀਨਸ ਵੈਨ ਮੈਟਲਸ ਲਾਈਕ copper, silver, iron, कोई भी metals हैं when they are exposed to the moisture of the air, atmospheric moisture, atmospheric acidic condition, ਤਾਂ they get corrode and this process is called corrosion। ਤਾਂ ਇੱਥੇ ਵੀ ਜਿਹੜਾ ਕਾਪਰ ਹੈ ਉਹ ਰਿਐਕਟ ਹੋਇਆ ਜਿਹੜਾ ਐਟਮੋਸਫੀਅਰ ਯਾਨੀ ਹਵਾ ਦੇ ਵਿੱਚ ਨਮੀ ਮੋਇਸਚਰ ਜਿਹੜਾ ਪ੍ਰੈਜ਼ੈਂਟ ਹੈ ਤੇ ਕਾਰਬਨ ਡਾਈਆਕਸਾਈਡ ਗੈਸ ਵੀ ਤੁਹਾਨੂੰ ਪਤਾ ਹੈ ਐਟਮੋਸਫੀਅਰ ਦੇ ਵਿੱਚ ਪ੍ਰੈਜ਼ੈਂਟ ਹੈ। ਤੇ ਇਸ ਕਰਕੇ ਇਹ ਦੋਵੇਂ ਚੀਜ਼ਾਂ ਦੇ ਨਾਲ ਐਟਮੋਸਫੇਰਿਕ ਮੋਇਸਚਰ ਐਂਡ ਕਾਰਬਨ ਡਾਈਆਕਸਾਈਡ ਗੈਸ ਦੋਨਾਂ ਦੇ ਨਾਲ ਜਦੋਂ ਰਿਐਕਟ ਹੋਇਆ ਕਾਪਰ ਤਾਂ ਉਸਨੇ ਮਿਕਸਚਰ ਬਣਾਤਾ ਕਿਸ ਚੀਜ਼ ਦਾ। ਦੇਖੋ ਜਦੋਂ ਵਾਟਰ ਦੇ ਨਾਲ ਹੋਏਗਾ, ਨਮੀ ਮੀਨਸ ਮੋਇਸਚਰ ਜਿਹੜਾ ਹੈ ਉਹਦੇ 'ਚ ਵਾਟਰ ਕੰਟੈਂਟ ਹੋਏਗਾ ਨਾ,
H2O ਵਾਟਰ ਦਾ ਕੈਮੀਕਲ ਫਾਰਮੂਲਾ ਹੈ, ਤਾਂ ਉਹ ਮਿਲ ਕੇ ਕੀ ਬਣਾਏਗਾ, ਕਾਪਰ ਹਾਈਡਰੋਕਸਾਈਡ ਬਣ ਜਾਏਗੀ ਉਹਦੀ, ਠੀਕ ਹੈ। ਔਰ ਜਦੋਂ ਕਾਰਬਨ ਡਾਈਆਕਸਾਈਡ ਨਾਲ ਕਾਪਰ ਰਿਐਕਟ ਹੋਏਗਾ ਤਾਂ ਕਾਪਰ ਕਾਰਬੋਨੇਟ ਬਣ ਜਾਏਗਾ। ਤਾਂ ਇਟ ਇਜ਼ ਅ ਮਿਕਸਚਰ ਆਫ ਕਾਪਰ ਕਾਰਬੋਨੇਟ ਐਂਡ ਕਾਪਰ ਹਾਈਡਰੋਕਸਾਈਡ। ਤਾਂ ਇਟ ਮੀਨਸ A option copper hydroxide and copper carbonate is correct। so the dull green color ਜਿਹੜਾ ਆਇਆ ਕੋਟਿੰਗ ਦਾ, ਉਹ ਵੀ ਇਹਨਾਂ ਦੋਨਾਂ ਦੇ ਮਿਕਸਚਰ ਦੀ ਵਜ੍ਹਾ ਦੇ ਨਾਲ ਹੀ ਆਇਆ ਹੈ। So next is question 2, name the metal which is used in thermometer and it is in liquid state at room temperature। ਤਾਂ ਬਾਕੀ ਸਾਰੀ metals ਤਾਂ we know ਕਿ ਮੋਸਟਲੀ ਜਿਹੜੀਆਂ ਹੈ ਉਹ ਸੋਲਿਡ ਹੈ, ਬਟ ਵਨ ਐਕਸੈਪਸ਼ਨ ਇਜ਼ देयर। ਤਾਂ ਉਹ ਕਿਹੜੀ ਹੈ, ਜਿਹੜੀ ਲਿਕੁਇਡ ਰੂਮ ਟੈਂਪਰੇਚਰ ਤੇ ਜੋ ਲਿਕੁਇਡ ਹੁੰਦੀ ਹੈ, ਥਰਮੋਮੀਟਰ ਦੇ ਵਿੱਚ ਹੁੰਦੀ ਹੈ। ਨੰਬਰ A alcohol, graphite, C mercury and D iron। so the correct option is C mercury। Question number 3, Tejinder accidentally left a non-metal in open air। The non-metal started burning। Name the non-metal। ਤੇਜਿੰਦਰ ਨੇ ਗਲਤੀ ਨਾਲ ਇੱਕ ਨਾਨ ਮੈਟਲ ਨੂੰ ਹਵਾ ਵਿੱਚ ਰੱਖਤਾ ਓਪਨ 에ਅਰ ਦੇ ਵਿੱਚ, ਤਾਂ ਉਹ ਨਾਨ ਮੈਟਲ ਜਲਣਾ ਸ਼ੁਰੂ ਹੋ ਗਈ ਹੈ। ਤਾਂ ਕੁਐਸਚਨ ਕੀ ਹੈ, ਨਾਨ ਮੈਟਲ ਦਾ ਨਾਮ ਦੱਸੋ। ਸੋ ਆਪਸ਼ਨ A ਇਜ਼ ਮਰਕਰੀ, B ਕਾਪਰ, C ਫਾਸਫੋਰਸ, D ਇਜ਼ ਨਨ ਆਫ ਥੀਸ। ਤਾਂ ਆਪਸ਼ਨ C ਜਿਹੜੀ ਹੈ ਦੈਟ ਇਜ਼ ਕਰੈਕਟ, ਫਾਸਫੋਰਸ। Question 4, in temples bells are made up of metal instead of wood। Metal produces sound waves, that is why they are known as। so we'll take a pause here ਬੱਚੇ, ਇਹ ਤੁਸੀਂ ਥੋੜਾ ਜਿਹਾ ਗੈਸ ਕਰੋ ਕੀ ਹੋਏਗਾ। ਆਪਾਂ ਹੁਣੇ ਕੀਤਾ ਕਿ ਟੈਂਪਲ ਬੈਲਸ, ਸਾਈਕਲ ਬੈਲ ਤੁਹਾਡੀ ਕਾਹਦੀ ਬਣੀ ਹੁੰਦੀ ਹੈ, ਮੈਟਲਸ ਦੀ। ਔਰ ਮੈਟਲ ਦੀ ਕੀ ਪ੍ਰੋਪਰਟੀ ਹੈ ਨਾ ਵਿੱਚੋਂ, A ਕੰਡਕਟਰਸ, B ਡਕਟਾਈਲ, C ਵੀਕ ਐਂਡ D sonorous। ਤਾਂ ਕਿਹੜੀ ਐਸੀ ਪ੍ਰੋਪਰਟੀ ਹੈ ਜੋ ਰਿੰਗਿੰਗ ਸਾਊਂਡ ਦੇ ਨਾਲ ਅਸੀਂ ਹੁਣੇ ਪੜ੍ਹੀ ਹੈ। Very good, some of you are right, the option D sonorous is correct। Question 5, Mohit felt tired after doing a little work only। When he visited his doctor, he was told that he had iron deficiency। Where did Mohit have iron in his body? ਤਾਂ ਕੁਐਸਚਨ ਕੀ ਪੁੱਛਿਆ ਹੈ ਕਿ ਮੋਹਿਤ ਨੂੰ ਥੋੜਾ ਜਿਹਾ ਕੰਮ ਕਰਨ ਤੇ ਹੀ ਉਹ ਬਹੁਤ ਥਕਾਨ ਮਹਿਸੂਸ ਹੁੰਦੀ ਸੀ, ਔਰ ਇਸ ਲਈ ਉਸ ਨੂੰ ਡਾਕਟਰ ਕੋਲ ਜਾਣਾ ਪਿਆ, ਜਿੱਥੇ ਉਸ ਨੂੰ ਡਾਕਟਰ ਕੋਲ ਪਤਾ ਚੱਲਿਆ ਕਿ ਉਸ ਦੇ ਸਰੀਰ ਵਿੱਚ, ਉਸ ਦੀ ਬੋਡੀ ਵਿੱਚ ਆਇਰਨ ਦੀ ਘਾਟ ਹੈ, ਆਇਰਨ ਡੈਫੀਸ਼ੀਐਂਸੀ ਹੈ। ਤਾਂ ਵਾਟ ਇਜ਼ ਦਾ ਕੁਐਸਚਨ ਓਵਰ ਹੇਅਰ, ਵੇਅਰ ਡਿਡ ਮੋਹਿਤ ਹੈਵ ਆਇਰਨ। ਤਾਂ ਉਸ ਦੀ ਬੋਡੀ ਦੇ ਵਿੱਚ, ਸਰੀਰ ਵਿੱਚ ਆਇਰਨ ਕਿੱਥੇ ਸੀ ਜਿਹੜਾ ਘਟ ਗਿਆ। ਸੋ ਹੇਅਰ ਆਪਸ਼ਨ A in bones, B in blood, C in hair and D none of these। ਤਾਂ ਇਹਦੇ ਵਿੱਚ ਤੁਹਾਨੂੰ ਯਾਦ ਰੱਖਣਾ ਹੈ ਕਿ ਹੀਮੋਗਲੋਬਿਨ ਨਾਮ ਦੀ ਇੱਕ ਪ੍ਰੋਟੀਨ ਹੈ ਜੋ ਕਿ ਰੈੱਡ ਬਲੱਡ ਸੈਲਸ ਕਿੱਥੇ ਹੈ, ਬਲੱਡ ਦੇ ਵਿੱਚ ਜਿਹੜੇ ਰੈੱਡ ਬਲੱਡ ਸੈਲਸ ਹੈ RBCs, ਉਸ ਦੇ ਵਿੱਚ ਇੱਕ ਹੀਮੋਗਲੋਬਿਨ ਜੋ ਇੱਕ ਪ੍ਰੋਟੀਨ ਹੈ ਉਹ ਹੁੰਦੀ ਹੈ, ਜੋ ਕਿ ਜਿਸ ਦਾ ਕੰਮ ਕੀ ਹੈ, ਵਾਟ ਇਜ਼ ਦਾ ਫੰਕਸ਼ਨ ਆਫ ਦੈਟ, ਇਟ ਹੈਲਪਸ ਟੂ ਕੈਰੀ ਆਕਸੀਜਨ ਥਰੂ ਆਊਟ ਦਾ ਬੋਡੀ। ਤਾਂ ਹੀਮੋਗਲੋਬਿਨ ਆਕਸੀਜਨ ਨੂੰ ਕੈਰੀ ਕਰਦੀ ਹੈ ਐਂਡ ਦੈਟ ਹੀਮੋਗਲੋਬਿਨ ਦਾ ਜਿਹੜਾ ਸਟਰਕਚਰ ਹੁੰਦਾ ਉਸ ਦੇ ਵਿੱਚ ਇਟ ਕੰਟੇਨਸ ਆਇਰਨ। ਉਹ ਆਇਰਨ ਜਿਹੜਾ ਹੈ ਦੈਟ ਇਜ਼ ਅ ਪਾਰਟ ਆਫ ਹੀਮੋਗਲੋਬਿਨ ਪ੍ਰੋਟੀਨ। ਤਾਂ ਇਹੀ ਹੈ ਜੋ ਵਿਚ ਗਿਵਸ ਬਲੱਡ ਇਟਸ ਰੈੱਡ ਕਲਰ। ਬਲੱਡ ਦਾ ਜਿਹੜਾ ਕਲਰ ਹੁੰਦਾ ਹੈ ਲਾਲ ਰੰਗ, ਉਹ ਵੀ ਹੀਮੋਗਲੋਬਿਨ ਦੀ ਵਜ੍ਹਾ ਦੇ ਨਾਲ ਹੀ ਹੁੰਦਾ ਹੈ। ਔਰ ਹੀਮੋਗਲੋਬਿਨ ਹੀ ਇਹ ਆਰਬੀਸੀਜ਼ ਅਗੇਨ ਕਿੱਥੇ ਪਏ ਹੈ, ਬਲੱਡ ਦੇ ਵਿੱਚ। ਤਾਂ ਬਲੱਡ ਦੇ ਵਿੱਚ ਜਿਹੜੇ ਹੈ RBCs, ਉਸ ਦੇ ਵਿੱਚ ਹੀਮੋਗਲੋਬਿਨ ਹੁੰਦੀ ਹੈ ਜੋ ਕਿ ਕੈਰੀ ਕਰਦੀ ਹੈ ਆਕਸੀਜਨ। ਸੋ ਆਂਸਰ ਜਿਹੜਾ ਆਪਸ਼ਨ B in blood is the right one। Sixth question is, Raman is beating a piece of material into thin sheet। Which material is Raman beating from the given below। ਤਾਂ ਰਮਨ ਇੱਕ ਟੁਕੜਾ ਕਿਸੇ ਚੀਜ਼ ਦਾ ਮਟੀਰੀਅਲ ਹੈ ਉਸਦੇ ਕੋਲ, ਉਹਨੂੰ ਹੈਮਰ ਦੇ ਨਾਲ ਬੀਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਥਿਨ ਸ਼ੀਟ ਉਸਦੀ ਬਣਾਉਣੀ ਹੈ ਉਸਨੇ। ਤਾਂ ਉਹ ਕਿਸ ਚੀਜ਼ ਨੂੰ, ਇਹਨਾਂ ਵਿੱਚੋਂ ਚਾਰ ਜਿਹੜੇ ਦਿੱਤੇ ਹੋਏ ਆ, ਕਾਪਰ, ਸਲਫਰ, ਕਲੋਰੀਨ, ਆਕਸੀਜਨ, ਕਿਹੜੀ ਚੀਜ਼ ਨੂੰ ਉਹ ਬੀਟ ਕਰ ਰਿਹਾ। ਤਾਂ ਇਹਦੇ ਵਿੱਚੋਂ ਦੇਖੋ ਮੈਟਲਸ ਕਿਹੜੀਆਂ ਕਿਹੜੀਆਂ ਹੈ। ਤਾਂ ਮੈਟਲ ਜਿਹੜੀ ਹੈ A ਆਪਸ਼ਨ ਤੇ ਹੀ ਹੈ, ਕਾਪਰ, ਹੈ ਨਾ। ਅਸੀਂ ਪ੍ਰੋਪਰਟੀ ਪੜ੍ਹੀ ਸੀਗੀ ਕਿ ਬੀਟਿੰਗ ਇਨਟੂ ਥਿਨ ਸ਼ੀਟਸ ਵੈਨ ਹੈਮਰਡ, ਮੈਲੀਏਬਿਲਿਟੀ। ਤਾਂ ਮੈਲੀਏਬਿਲਿਟੀ ਕਿਸ ਦੀ ਪ੍ਰੋਪਰਟੀ ਹੈ, ਕਾਪਰ ਦੀ। ਸੋ ਆਪਸ਼ਨ A ਕਾਪਰ ਵਿਚ ਇਜ਼ ਅ ਮੈਟਲ can be beaten into thin sheets, so the answer is copper। Next question is question 7, Ravinder has seen that blacksmith is hammering iron nail and it turns into sheet। The conversion of nail to sheet depicts which nature of iron। ਰਵਿੰਦਰ ਨੇ ਦੇਖਿਆ ਕਿ ਜੋ ਲੋਹਾਰ ਹੈ ਉਹ ਆਇਰਨ ਨੇਲ ਕਿੱਲਾਂ ਨੂੰ
ਹੈਮਰ ਕਰਕੇ ਤੇ ਉਹ ਸ਼ੀਟਸ ਦੇ ਵਿੱਚ ਉਹਨੂੰ ਬਣਾ ਰਿਹਾ, ਸ਼ੀਟਾਂ ਬਣ ਰਹੀਆਂ ਉਹਦੀਆਂ। ਤੇ ਉਹ ਇਹ ਕਨਵਰਜਨ ਜਿਹੜੀ ਕਿਲ ਹੈ ਉਹ ਜਿਹੜੀ ਸ਼ੀਟ ਦੇ ਵਿੱਚ ਕਿਵੇਂ ਡਿਪਿਕਟ ਹੋ ਰਹੀ ਹੈ, ਨੇਚਰ ਆਫ ਆਇਰਨ ਮਤਲਬ ਕੀ ਦਿਖਾ ਰਿਹਾ ਕਿ ਉਹ ਆਇਰਨ ਦੀ ਕਿਹੜੀ ਨੇਚਰ ਹੈ ਇਸ ਦੇ ਵਿੱਚ। ਤਾਂ ਅਸੀਂ ਹੁਣ ਥੋੜੀ ਦੇਰ ਪਹਿਲਾਂ ਕਰਕੇ ਹਟੇ ਹਾਂ ਕਿ the property which allows the metals to be hammered into thin sheets is called malleability। ਤਾਂ malleability ਕੀ ਹੈ? ਮੈਟਲਸ ਦੀ ਉਹ ਪ੍ਰੋਪਰਟੀ ਜਿਸ ਕਰਕੇ ਉਸ ਨੂੰ ਹੈਮਰ ਨਾਲ ਜਾਂ ਕਿਸੇ ਚੀਜ਼ ਨਾਲ ਕੁੱਟ ਕੇ ਉਸ ਦੀਆਂ ਚਾਦਰਾਂ ਬਣਾਈਆਂ ਜਾ ਸਕਦੀਆਂ ਹੈ। So that is, they can be beaten into thin sheets. So this property is malleability. So iron is also a metal. So the answer correct option is on option B, malleability. Question 8. Sarabjit's mother was holding the metal scuttle with a piece of cloth because its wooden handle was broken. She used cloth to lift the kettle because cloth is। So इस क्वेश्चन ਨੂੰ ਸਮਝ ਲਈਏ ਕਿ ਸਰਬਜੀਤ ਦੀ ਮਦਰ ਨੇ ਮੈਟਲ ਦੀ ਕੈਟਲ ਜਿਹੜੀ ਚਾਹ ਬਣਾਉਣ ਵਾਲਾ ਜਿਹੜਾ ਹੁੰਦਾ ਪੈਨ ਉਹ ਪਕੜੀ ਹੋਈ ਹੈ ਕਲੋਥ ਦੇ ਨਾਲ, ਕੱਪੜੇ ਨਾਲ, ਜਿਵੇਂ ਅਸੀਂ ਪੌਣੇ ਯੂਜ਼ ਕਰ ਲੈਂਦੇ ਹਾਂ, ਹਨਾ। ਕਿਉਂ? ਕਾਰਨ ਉਸਦਾ ਇਹ ਹੈ ਕਿ ਉਸਦਾ ਜਿਹੜਾ ਹੈਂਡਲ ਸੀ ਜੋ ਕਿ ਵੁੱਡ ਦਾ ਬਣਿਆ ਹੋਇਆ ਸੀ, ਵੁਡਨ ਲੱਕੜੀ ਦਾ ਹੈਂਡਲ ਸੀ, ਉਹ ਟੁੱਟ ਗਿਆ ਹੋਇਆ। ਤਾਂ ਉਹਨਾਂ ਨੇ ਕਲੋਥ ਯੂਜ਼ ਕਰ ਲਿਆ ਤਾਂ ਕਿ ਉਸਨੂੰ ਚੁੱਕਿਆ ਜਾ ਸਕੇ। ਇਸ ਦਾ ਕਾਰਨ ਕੀ ਹੈ? ਫਰਸਟ, it is a good conductor of heat। B, it is a poor conductor of heat। C, friend of heat ਹੈ। and D, none of these। ਤਾਂ ਇਸ ਦੇ ਵਿੱਚ ਕਿਹੜੀ ਪ੍ਰੋਪਰਟੀ ਆ ਰਹੀ ਹੈ? ਧਿਆਨ ਨਾਲ ਦੇਖੋ। ਪਹਿਲਾਂ ਕੀ ਸੀਗਾ? ਵੁਡਨ ਹੈਂਡਲ, ਲੱਕੜੀ ਦਾ। ਐਂਡ ਲੱਕੜੀ ਦਾ ਹੈਂਡਲ ਕੀ ਸੀਗਾ? ਸਾਨੂੰ ਜਿੰਨੇ ਵੀ ਕੋਈ ਚੀਜ਼ ਗਰਮ ਅਗਰ ਅਸੀਂ ਚੁੱਕਣੀ ਹੈਗੀ ਹੈ ਤਾਂ ਉਹ ਗੁੱਡ ਕੰਡਕਟਰ ਚਾਹੀਦਾ ਹੈ ਕਿ ਬੈਡ ਕੰਡਕਟਰ ਚਾਹੀਦਾ ਹੈ? ਵੁਡਨ ਹੈਂਡਲ ਜਿਹੜਾ ਲੱਕੜੀ ਦਾ ਸੀ ਪਹਿਲਾਂ ਜੋ ਕਿ ਟੁੱਟ ਗਿਆ ਹੈ, ਦੈਟ ਵਾਜ਼ ਅ ਬੈਡ ਕੰਡਕਟਰ ਆਫ ਹੀਟ। ਜੋ ਕਿ ਪਹਿਲਾਂ ਐਗਜ਼ਾਮਪਲ ਕੀਤਾ ਹੈ ਕਿ ਤਵੇ ਦਾ ਹੈਂਡਲ ਕਾਹਦਾ ਬਣਿਆ ਹੁੰਦਾ ਹੈ, ਕੀਤਾ ਸੀ ਨਾ ਉਹਨੇ ਥੋੜੀ ਦੇਰ ਪਹਿਲਾਂ ਡਿਸਕਸ। ਤਾਂ ਉਹ ਇਸੇ ਕਰਕੇ ਸੀਗੀ ਤਾਂ ਕਿ ਕੰਡਕਸ਼ਨ ਨਾ ਹੋ ਸਕੇ, ਉਸ ਦੇ ਵਿੱਚੋਂ ਹੀਟ ਲੰਘ ਕੇ ਅੱਗੇ ਤੱਕ ਨਾ ਜਾਵੇ। ਤਾਂ ਵੁਡਨ ਹੈਂਡਲ ਟੁੱਟਣ ਤੇ ਹੁਣ ਇੱਕਦਮ ਤਾਂ ਹੁਣ ਮਾਰਕੀਟ ਜਾਣਾ ਪਏਗਾ ਤਾਂ ਹੀ ਵੁਡਨ ਹੈਂਡਲ ਲੱਗੇਗਾ। ਤਾਂ ਫਿਰ ਹੁਣ ਕੀ ਕਰੀਏ, ਹੈ ਨਾ, ਕੈਟਲ ਦਾ ਯੂਜ਼ ਤਾਂ ਕਰਨਾ। ਤਾਂ ਉਹਨਾਂ ਨੇ ਉਸ ਦੀ ਜਗ੍ਹਾ ਉਸ ਦਾ ਆਲਟਰਨੇਟਿਵ ਕੱਪੜਾ ਲਿਆ। ਤਾਂ ਕੱਪੜਾ ਜਿਹੜਾ ਹੈ ਦਾ ਕਲੋਥ, ਦੈਟ ਇਜ਼ ਆਲਸੋ ਅ ਪੂਅਰ ਕੰਡਕਟਰ ਆਫ ਹੀਟ। ਯਾਨੀ ਕਿ ਬਾਕੀ ਸਾਰੀ ਜਿਹੜੀ ਕੈਟਲ ਹੈ ਉਹ ਮੈਟਲ ਦੀ ਬਣੀ ਹੋਈ ਹੈ, ਬਟ ਕੱਪੜਾ ਜਿਹੜਾ ਹੈ ਉਹ ਆਪਣੇ ਆਪ ਵਿੱਚੋਂ ਮੈਟਲ ਤਾਂ ਫਲੋ ਕਰਨ ਦੇਗਾ ਹੀਟ, ਜਦ ਕੱਪੜੇ ਤੱਕ ਆਏਗੀ ਤਾਂ ਕੱਪੜਾ ਵਿਲ ਨਾਟ ਅਲਾਉ ਟੂ conduct the heat। So ਇਸ ਕਰਕੇ the correct option is B, poor conductor of heat। means ਕਿ ਜੋ ਆਪਣੇ ਆਪ ਵਿੱਚੋਂ ਜਿਹੜੇ ਸਬਸਟੈਂਸਸ, ਜੋ ਮਟੀਰੀਅਲ ਆਪਣੇ ਆਪ ਵਿੱਚੋਂ ਹੀਟ ਨੂੰ ਲੰਘਣ ਨਹੀਂ ਦਿੰਦਾ, ਇਸ ਤਰ੍ਹਾਂ ਉਹਨਾਂ ਦੇ ਹੱਥ ਜਲਣ ਤੋਂ, ਬਰਨ ਹੋਣ ਤੋਂ ਬਚ ਜਾਣਗੇ। Aman had learned that metal are hard, but his teacher had cut one of the metal with knife। Name the metal used by the teacher। ਅਮਨ ਨੇ ਇਹ ਸਿੱਖਿਆ ਸੀ ਕਿ ਮੈਟਲਸ ਤਾਂ ਬਹੁਤ ਹਾਰਡ ਹੁੰਦੀਆਂ ਤੇ ਉਹਨਾਂ ਨੂੰ ਈਜ਼ੀਲੀ ਕੱਟਿਆ ਨਹੀਂ ਜਾ ਸਕਦਾ, ਨਾ ਚਾਕੂ ਕੱਟ ਸਕਦਾ ਹੈ, ਨਾ ਕਿਸੇ ਚੀਜ਼ ਨਾਲ ਕੱਟਿਆ ਨਹੀਂ ਜਾ ਸਕਦਾ। ਬਟ ਉਸਦੇ ਟੀਚਰ ਨੇ ਤਾਂ ਇੱਕ ਐਸੀ ਮੈਟਲ ਸੀਗੀ ਜਿਹੜੀ ਕੱਟ ਦਿੱਤੀ ਚਾਕੂ ਨਾਲ, ਤਾਂ ਉਹ ਉਸ ਮੈਟਲ ਦਾ ਨਾਮ ਦੱਸਣਾ। ਇੱਥੇ ਅਸੀਂ ਹੁਣੇ ਪੜ੍ਹਿਆ ਕਿ ਐਕਸੈਪਸ਼ਨਸ ਜਿਹੜੀਆਂ ਹੈ ਆਰ ਆਲਵੇਜ਼ ਦੇਅਰ। ਦੋ ਅਸੀਂ ਪੜ੍ਹੀਆਂ ਸੀ ਮੈਟਲਸ, sodium and potassium। These metals they are very soft and can be easily cut with a knife। ਇਹ ਇੰਨੀਆਂ ਸੌਫਟ ਹੁੰਦੀਆਂ ਜਿਵੇਂ ਵੈਕਸ ਹੁੰਦਾ ਹੈ ਮੋਮ, ਮੋਮ ਨੂੰ ਅਗਰ ਤੁਸੀਂ ਚਾਕੂ ਨਾਲ ਕੱਟੋ ਇਸੇ ਤਰ੍ਹਾਂ ਹੀ ਇਹ ਦੋਨੋਂ ਮੈਟਲਸ ਕੱਟੀਆਂ ਜਾ ਸਕਦੀਆਂ। ਤਾਂ ਸਾਡੇ ਕੋਲ ਦੋ ਇਹਦੇ ਵਿੱਚ ਆਪਸ਼ਨ ਹੈ ਕਿ ਸੋਡੀਅਮ ਐਂਡ ਪੋਟੈਸ਼ੀਅਮ। ਤਾਂ ਹੁਣ ਅਗਰ ਅਸੀਂ ਦੇਖੀਏ ਇਹਦੇ 'ਚ ਆਪਸ਼ਨ A ਪੋਟੈਸ਼ੀਅਮ, B ਕਾਪਰ, C ਐਲੂਮੀਨੀਅਮ, D ਆਇਰਨ। ਤਾਂ ਪੋਟੈਸ਼ੀਅਮ ਇੱਕ ਮੈਟਲ ਹੈ which can easily be cut with a knife। Question 10. In the following circuit, which material can be used instead of iron nail to complete the circuit? ਤਾਂ ਇੱਕ ਸਰਕਿਟ ਅਸੀਂ ਬਣਾਇਆ ਹੈ, ਇਹ ਮੈਂ ਪਹਿਲਾਂ ਤੁਹਾਨੂੰ ਐਕਸਪਲੇਨ ਕੀਤਾ ਹੈ, ਡਾਇਗਰਾਮ ਦੇ ਵਿੱਚ ਵੀ ਦੇਖੋ ਤੁਸੀਂ, ਜਿਵੇਂ ਕਿ ਦੋ ਵਾਇਰਸ ਹੈਗੀਆਂ ਤੇ ਇੱਕ ਸਵਿਚ ਹੈ, ਬਲਬ ਹੈ। ਤਾਂ ਇਹ ਸਰਕਿਟ ਕਿਵੇਂ ਕੰਪਲੀਟ ਹੋਏਗਾ? ਇਹਦੇ ਵਿੱਚ ਕਿਹੜੀ ਐਸੀ ਚੀਜ਼, ਆਇਰਨ ਨੇਲ ਦੀ ਜਗ੍ਹਾ ਅਗਰ ਆਇਰਨ ਦੀ ਕਿਲ ਜਿਹੜੀ ਹੈਗੀ ਹੈ ਉਸਨੂੰ ਹਟਾ ਲਿਆ ਜਾਵੇ ਤਾਂ ਉਹਦੀ ਜਗ੍ਹਾ ਕੀ ਰਿਪਲੇਸ ਕਰਾਂਗੇ ਇਹਨਾਂ ਵਿੱਚੋਂ ਜਿਹੜੀਆਂ ਚਾਰ ਆਪਸ਼ਨਸ ਹੈ, ਤਾਂ ਕਿ ਉਹ ਸਰਕਿਟ ਕੰਪਲੀਟ ਹੋਵੇ ਔਰ ਕਰੰਟ ਉਹਦੇ ਵਿੱਚੋਂ ਫਲੋ ਕਰ ਸਕੇ। ਫਰਸਟ ਇਜ਼ ਗ੍ਰੇਫਾਈਟ, ਦੈਨ ਪਲਾਸਟਿਕ, ਸੀ ਵੁੱਡ, ਡੀ ਇਜ਼ ਰਬੜ। ਤਾਂ ਅਗਰ ਅਸੀਂ ਪ੍ਰੋਪਰਟੀਜ਼ ਦੇਖੀਏ ਤਾਂ ਇਹਦੇ ਵਿੱਚ ਪਲਾਸਟਿਕ, ਵੁੱਡ ਐਂਡ ਰਬੜ ਇਹ ਇਨਸੂਲੇਟਰਸ ਦਾ ਕੰਮ ਕਰਦੇ ਆ, ਯਾਨੀ ਕਿ ਆਪਣੇ ਆਪ ਵਿੱਚੋਂ ਕਰੰਟ ਫਲੋ ਹੋਣ ਨਹੀਂ ਦਿੰਦੇ। ਸੋ ਦੇ ਆਰ ਪੂਅਰ ਕੰਡਕਟਰਸ ਆਫ ਇਲੈਕਟ੍ਰਿਸਿਟੀ। ਇਹਨਾਂ ਵਿੱਚੋਂ ਸਿਰਫ ਇੱਕ ਨੋਨ ਮੈਟਲ ਜਿਹੜੀ ਐਕਸੈਪਸ਼ਨ ਵੀ ਐਜ਼ ਐਨ ਐਕਸੈਪਸ਼ਨ ਵੀ ਅਸੀਂ ਪੜ੍ਹੀ ਹੈ, ਗ੍ਰੇਫਾਈਟ ਹੈ, ਬੀਇੰਗ ਅ ਨੋਨ ਮੈਟਲ। ਆਲਦੋ ਨੋਨ ਮੈਟਲ ਜਿਹੜੀਆਂ ਹੁੰਦੀਆਂ ਉਹ ਕੰਡਕਟ ਨਹੀਂ ਕਰਦੀਆਂ ਇਲੈਕਟ੍ਰਿਸਿਟੀ, ਬਟ ਗ੍ਰੇਫਾਈਟ ਇੱਕ ਅਜਿਹੀ ਨੋਨ ਮੈਟਲ ਹੈ ਜੋ ਕਿ ਇਲੈਕਟ੍ਰਿਸਿਟੀ ਆਪਣੇ ਆਪ ਵਿੱਚੋਂ ਪਾਸ ਹੋਣ ਦਿੰਦੀ ਹੈ। ਤਾਂ ਦੈਟ ਮੀਨਸ ਇਹ ਐਗਜ਼ਾਮਪਲ ਅਸੀਂ ਕੀਤਾ ਹੋਇਆ ਕਿ ਪੈਨਸਿਲ
ਦੋਨੋਂ ਪਾਸਿਓਂ ਅਗਰ ਘੜ ਕੇ ਅਸੀਂ ਲਗਾ ਦਾਂਗੇ ਤਾਂ ਜਿਹੜਾ ਉਸਦੇ ਵਿੱਚ ਸਿੱਕਾ ਹੈ ਦੈਟ ਇਜ਼ ਗ੍ਰੇਫਾਈਟ ਔਰ ਲੈਡ ਜਿਹਨੂੰ ਤੁਸੀਂ ਕਹਿੰਦੇ ਹੋ, ਪੈਨਸਿਲ ਦਾ ਲੈਡ ਜਿਹੜਾ ਹੁੰਦਾ ਦੈਟ ਇਜ਼ ਅ ਵੈਰੀ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਤਾਂ ਆਇਰਨ ਨੇਲ ਨੂੰ ਰਿਮੂਵ ਕਰਕੇ ਅਸੀਂ ਗ੍ਰੇਫਾਈਟ ਲਗਾਵਾਂਗੇ। ਸੋ ਦ ਆਪਸ਼ਨ ਏ ਗ੍ਰੇਫਾਈਟ ਇਜ਼ correct. So okay children, that's all for this video. We will discuss more of the MCQs on this topic, metals and non-metals, in my next video. Till then, take care. Thank you.